ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਭਵਜਲ ਤਰਨ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਪ੍ਰਭੂ ਜੀ ਦੀ ਕਿਰਪਾ ਨਾਲ ਮਨੁੱਖ ਇਸ ਪਾਵਨ ਗ੍ਰੰਥ ਨੂੰ ਪੜ੍ਹ ਕੇ ਭਵ ਸਾਗਰ ਨੂੰ ਤਰ ਜਾਂਦਾ ਹੈ। ਸ਼੍ਰੀ ਗੁਰੂ ਜੀ ਨੇ ਹਰੀ ਨਾਮ ਤੋਂ ਬਗੈਰ ਅਤੇ ਸੰਤਾਂ ਦੀ ਮਹਿਮਾ ਤੋਂ ਬਿਨਾਂ ਇਸ ਵਿੱਚ ਕੋਈ ਬਾਣੀ ਨਹੀਂ ਲਿਖੀ ਹੈ। ਲਿਖਿਆ ਹੈ ਕਿ ਇਸ ਨੂੰ ਪੜ੍ਹ ਕੇ, ਸੁਣ ਕੇ, ਲਿਖ ਕੇ, ਗੁਣ ਕੇ ਜੋ ਫਲ ਚਾਹੇ ਪ੍ਰਾਪਤ ਕਰ ਸਕਦਾ ਹੈ। ਉਹਨਾਂ ਦਾ ਧੰਨ ਜਨਮ ਹੈ ਜਿਨ੍ਹਾਂ ਨੇ ਪ੍ਰੇਮ ਧਾਰਨ ਕਰਕੇ ਆਪਣੇ ਹੱਥ ਨਾਲ ਲਿਖ ਕੇ ਆਪਣੇ ਹੱਥਾਂ ਨੂੰ ਸਫਲ ਕਰ ਲਿਆ ਹੈ। ਜਿਹੜੇ ਮਨੁੱਖ ਇੱਕ ਮਨ ਸਥਿਰ ਹੋ ਕੇ ਸੁਣਦੇ ਹਨ ਉਹ ਮਨੁੱਖ ਤਰ ਜਾਂਦੇ ਹਨ ਤੇ ਫਿਰ ਦੁਬਾਰਾ ਜਨਮ ਨਹੀਂ ਲੈਂਦੇ। ਸੁੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭੋਗ ਪਾਉਣ ਵਾਸਤੇ ਤਿਆਰ ਹੋ ਗਏ। ਬੜੇ ਸੁਚੇਤ ਹੋ ਕੇ ਅਨੇਕ ਪ੍ਰਕਾਰ ਦੇ ਉਤਸ਼ਾਹਾਂ ਦੀਆਂ ਤਿਆਰੀਆਂ ਕੀਤੀਆਂ। ਬਹੁਤ ਕੜਾਹ ਪ੍ਰਸ਼ਾਦ ਤਿਆਰ ਕੀਤਾ ਅਤੇ ਬਹੁਤ ਇਕੱਠ ਹੋਇਆ। ਗੁਰੂ ਜੀ ਨੇ ਸਾਰੀ ਸੰਗਤ ਨੂੰ ਸੁਣਾ ਦਿੱਤਾ। ਹੁਣ ਗ੍ਰੰਥ ਸਾਹਿਬ ਸੰਪੂਰਨ ਹੋ ਗਿਆ ਹੈ। ਸਾਰੇ ਆ ਕੇ ਬੜੇ ਉਤਸ਼ਾਹ ਨਾਲ ਇਸ ਦੇ ਦਰਸ਼ਨ ਕਰੋ। ਸਾਰੇ ਇਸਤਰੀਆਂ ਪੁਰਸ਼ ਬਹੁਤ ਪ੍ਰਸੰਨ ਹੋਏ। ਜਿੱਥੇ ਕਿਥੇ ਰਾਗ ਦੀਆਂ ਸੁਰਾਂ ਗੂੰਜਣ ਲੱਗੀਆਂ, ਛੋਟੀਆਂ ਦੁਦੰਬੀਆਂ ਅਤੇ ਨਫੀਰੀਆਂ ਵੱਜਣ ਲੱਗੀਆਂ ਅਤੇ ਵੱਡੀ ਭੀੜ ਵਿੱਚ ਕੋਲਾਹਲ ਮਚਿਆ ਹੋਇਆ ਸੀ। ਸੰਗਤ ਬੜੇ ਉਤਸ਼ਾਹ ਨਾਲ ਆ ਰਹੀ ਸੀ। ਬਹੁਤ ਪ੍ਰਕਾਰ ਦੇ ਪ੍ਰਸ਼ਾਦ ਲਿਆ ਰਹੇ ਸਨ। ਫਲ ਅਤੇ ਫੁੱਲ ਆਪਣੇ ਹੱਥਾਂ ਵਿੱਚ ਫੜ ਕੇ, ਸ਼ੁਭ ਸੁੰਦਰ ਕੱਪੜੇ ਆਪਣੇ ਸਰੀਰ ਤੇ ਪਹਿਨ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆ ਰਹੇ ਸਨ। ਇਹ ਵੇਖ ਕੇ ਕਿ ਸ਼੍ਰੀ ਗੁਰੂ ਜੀ ਇਕੱਲੇ ਬੈਠੇ ਹਨ, ਕਲਯੁਗ ਨੇ ਆ ਕੇ ਇਸ ਤਰ੍ਹਾਂ ਬਚਨ ਕਹੇ ਤੇ ਹੱਥ ਜੋੜ ਕੇ ਗੁਰੂ ਜੀ ਦੀ ਕੀਰਤੀ ਕਰਨ ਲੱਗਾ। ਗੁਰੂ ਜੀ, ਤੁਸੀਂ ਬੜਾ ਉੱਤਮ ਅਵਤਾਰ ਧਾਰਿਆ ਹੈ। ਹੁਣ ਜਗਤ ਵਿੱਚ ਮੇਰਾ ਸਮਾਂ ਵਰਤ ਰਿਹਾ ਹੈ। ਮਨੁੱਖਾਂ ਦੇ ਬਹੁਤ ਪਾਪ ਕਰਦਿਆਂ ਸਮਾਂ ਬੀਤਦਾ ਹੈ। ਮੂਰਖਾਂ ਅਤੇ ਨਿਰਦਈਆਂ ਦੀ ਪਾਪਾਂ ਨਾਲ ਬਹੁਤ ਪ੍ਰੀਤ ਹੈ। ਸ਼ੁਭ ਮਾਰਗ ਤਿਆਗ ਕੇ ਜਿੱਥੇ ਕਿੱਥੇ ਵਿਚਰ ਰਹੇ ਹਨ। ਤੁਸੀਂ ਗ੍ਰੰਥ ਰਚਿਆ ਹੈ ਜਿਹੜਾ ਗੁਣਾਂ ਵਿੱਚ ਪੂਰਾ ਹੈ, ਮਨੁੱਖਾਂ ਦੇ ਹਿਰਦਿਆਂ ਦੇ ਵਿਕਾਰਾਂ ਨੂੰ ਦੂਰ ਕਰਦਾ ਹੈ। ਜਗਤ ਵਿੱਚ ਮੁਕਤੀ ਦਾ ਰਾਹ ਵਿਖਾਉਣ ਵਾਸਤੇ ਅਤੇ ਮੁਕਤੀ ਦਾਤਾ ਸਤਨਾਮ ਦਾ ਨਾਂ ਜਪਾਉਣ ਵਾਸਤੇ ਬਣਾਇਆ ਹੈ। ਸਤ ਸੰਗਤ ਦਾ ਮਹਾਨ ਵਿਸਥਾਰ ਕਰਨ ਵਾਸਤੇ ਜਿੱਥੇ ਕਿੱਥੇ ਗੁਰਸਿੱਖ ਫੈਲੇ ਹੋਏ ਹਨ। ਹੁਣ ਮੈਨੂੰ ਉਹ ਸਥਾਨ ਦੱਸ ਦਿਓ ਜਿੱਥੇ ਜਾ ਕੇ ਮੈਂ ਰਹਾਂ, ਤੁਸੀਂ ਦੇਖ ਲਓ। ਆਪ ਦੀ ਆਗਿਆ ਤੋਂ ਬਗੈਰ ਕੁਝ ਕਰਾਂ, ਮੇਰੇ ਵਿੱਚ ਤਾਂ ਕਿਧਰੇ ਪੈਰ ਰੱਖਣ ਦੀ ਵੀ ਤਾਕਤ ਨਹੀਂ ਰਹੀ ਹੈ। ਇਸ ਕਰਕੇ ਤੁਹਾਡੇ ਪਾਸ ਆਇਆ ਹਾਂ। ਕਿਸੇ ਸਥਾਨ ਵਿਖੇ ਰਹਿਣ ਵਾਸਤੇ ਬੇਨਤੀ ਕੀਤੀ ਹੈ। ਜਿੱਥੇ ਵੀ ਇਸ ਗ੍ਰੰਥ ਦਾ ਪਾਠ ਕਰਦੇ ਹਨ ਮੈਂ ਸੁਣ ਕੇ ਬਲਹੀਨ ਹੋ ਜਾਂਦਾ ਹਾਂ। ਤੁਹਾਡੀ ਸੰਗਤ ਵਿੱਚ ਕਿਸ ਸਮੇਂ ਵਸਾਂ ਉਹ ਸਮਾਂ ਮੈਨੂੰ ਹੁਣ ਵੀ ਦੱਸ ਦਿਓ। ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ। ਇਹ ਤੁਸੀਂ ਵੇਖਿਆ ਹੈ। ਮੇਰੇ ਦੀਨ ਅਤੇ ਅਨਾਥ ਵੱਲ ਤੱਕੋ। ਜਦ ਕਲਯੁਗ ਨੇ ਇਸ ਤਰ੍ਹਾਂ ਦੀਨ ਹੋ ਕੇ ਬਚਨ ਕਹੇ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਜਿੱਥੇ ਸਤਨਾਮ ਦਾ ਉਚਾਰਨ ਹੁੰਦਾ ਹੋਵੇ ਉੱਥੇ ਜਾ ਕੇ ਕਦੀ ਵੀ ਪੈਰ ਨਾ ਧਰਨਾ। ਜਦ ਸਭਾ ਵਿੱਚ ਆ ਕੇ ਕੜਾਹ ਪ੍ਰਸ਼ਾਦ ਧਰੀਏ ਅਤੇ ਜਦ ਖੜੇ ਹੋ ਕੇ ਅਰਦਾਸ ਕਰੀਏ, ਜਦ ਕੜਾਹ ਪ੍ਰਸ਼ਾਦ ਨੂੰ ਆਪਸ ਵਿੱਚ ਵਰਤਾਉਣ ਲੱਗਣ, ਜਦ ਉਸ ਸਮੇਂ ਬਹੁਤ ਰੌਲਾ ਪੈ ਜਾਵੇ ਅਤੇ ਕੜਾਹ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੇ ਜਾਣ, ਤਦ ਤੱਕ ਪੰਗਤ ਵਿੱਚ ਤੁਸੀਂ ਵਾਸਾ ਰੱਖੋ। ਇਸ ਤਰ੍ਹਾਂ ਆਗਿਆ ਸੁਣ ਕੇ ਕਲਯੁਗ ਪ੍ਰਸੰਨ ਹੋ ਗਿਆ। ਹੁਣ ਵੀ ਕੜਾਹ ਪ੍ਰਸ਼ਾਦ ਵਰਤਾਉਣ ਸਮੇਂ ਪਰਖਿਆ ਹੈ। ਜਦ ਕੜਾਹ ਪ੍ਰਸ਼ਾਦ ਆਉਂਦਾ ਹੈ ਤਾਂ ਵੱਡੇ ਰੌਲੇ ਦੇ ਵਿੱਚ ਵਰਤਾਉਂਦੇ ਹਨ। ਫਿਰ ਗੁਰੂ ਜੀ ਬੈਠ ਗਏ ਅਤੇ ਦੀਵਾਨ ਲੱਗ ਗਿਆ। ਸਾਰੀਆਂ ਸਿੱਖ ਸੰਗਤਾਂ ਵੇਖ ਰਹੀਆਂ ਸਨ ਤੇ ਉਹਨਾਂ ਦੇ ਮਨ ਪ੍ਰੇਮ ਵਿੱਚ ਭਿੱਜੇ ਹੋਏ ਸਨ। ਵਿਚਕਾਰ ਧਰੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਸ਼ੋਭ ਰਹੇ ਸਨ। ਸੇਵਕ ਸੁੰਦਰ ਚਵਰ ਕਰ ਰਹੇ ਸਨ। ਉੱਥੇ ਪ੍ਰਸ਼ਾਦ ਦਾ ਢੇਰ ਲੱਗ ਗਿਆ। ਸਿੱਖ ਮਹਾ ਆਨੰਦਿਤ ਹੋ ਕੇ ਲਿਆ ਰਹੇ ਸਨ। ਬਹੁਤ ਸੁੰਦਰ ਫੁੱਲਾਂ ਦੇ ਹਾਰ ਲਿਆ ਰਹੇ ਸਨ ਅਤੇ ਬਹੁਤ ਰੰਗਾਂ ਦੇ ਵਿੱਚ ਗੁੰਦੇ ਹੋਏ ਸਨ। ਉਹ ਗੁਰੂ ਜੀ ਦੇ ਗਲ ਵਿੱਚ ਪਾ ਰਹੇ ਸਨ। ਬਹੁਤ ਪ੍ਰਕਾਰ ਦੇ ਫੁੱਲ ਚੜ੍ਹਾ ਰਹੇ ਸਨ। ਗੁਰੂ ਜੀ ਨੇ ਬਹੁਤ ਫੁੱਲਾਂ ਦੇ ਹਾਰ ਅਤੇ ਫੁੱਲ ਲਏ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਚੜ੍ਹਾ ਦਿੱਤੇ। ਬਹੁਤ ਧੂਪ
ਅਤੇ ਅਗਰਬੱਤੀਆਂ ਧੁਖਾਉਂਦੇ ਹਨ ਅਤੇ ਚੰਦਨ ਘਸਾ ਕੇ ਕੇਸਰ ਪਾਉਂਦੇ ਹਨ। ਸਿੱਖ ਬੜੀ ਪ੍ਰੀਤ ਨਾਲ ਚੰਦਨ ਅਤੇ ਕੇਸਰ ਦਾ ਛਿੜਕਾਅ ਕਰਦੇ ਹਨ ਅਤੇ ਫੂਕ ਭਰ ਕੇ ਸ਼ੰਖ ਵਜਾਉਂਦੇ ਹਨ। ਬਹੁਤ ਲੋਕ ਇਕੱਠੇ ਹੋ ਕੇ ਬੇਨਤੀਆਂ ਕਰਦੇ ਹਨ ਤੇ ਫਿਰ ਇੱਕੇ ਵਾਰ ਜੈ ਜੈਕਾਰ ਕਰ ਉੱਠਦੇ ਹਨ, ਹੱਥ ਵਿੱਚ ਫੜ ਕੇ ਰਬਾਬ ਤੇ ਸਤਾਰ ਵਜਾਉਂਦੇ ਹਨ ਅਤੇ ਸ਼ਬਦਾਂ ਨੂੰ ਰਾਗਾਂ ਵਿੱਚ ਗਾਉਂਦੇ ਹਨ। ਚਾਰੇ ਪਾਸੇ ਬੜੀ ਭੀੜ ਲੱਗੀ ਹੋਈ ਹੈ। ਬੜੇ ਉਤਸ਼ਾਹ ਨਾਲ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਜਦ ਕੜਾਹ ਪ੍ਰਸ਼ਾਦ ਵਰਤਿਆ ਤਾਂ ਕਲਯੁਗ ਨੇ ਪ੍ਰਵੇਸ਼ ਕੀਤਾ। ਜਦ ਸਾਰਿਆਂ ਦੇ ਵਿੱਚ ਧਰਿਆ ਗਿਆ ਤਾਂ ਬਹੁਤ ਰੌਲਾ ਪੈ ਗਿਆ। ਤਦ ਗੁਰੂ ਜੀ ਕਲਯੁਗ ਨੂੰ ਜਾਣ ਗਏ। ਆਪ ਨੇ ਵੇਖਿਆ ਕਿ ਇਹ ਸਮਾਂ ਬਲ ਵਾਸਤੇ ਕੀਤਾ ਹੈ। ਬਹੁਤ ਕੋਲਾਹਲ ਮਚ ਗਿਆ। ਉਸ ਸਮੇਂ ਕਲਯੁਗ ਨੇ ਦੰਗਾ ਫਸਾਦ ਕੀਤਾ ਸੀ। ਸਾਰੀ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਚਰਨ ਕਮਲਾਂ ਤੇ ਸੀਸ ਧਰੇ। ਫਿਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਬੜੇ ਪ੍ਰਸੰਨ ਹੋ ਕੇ ਆਪਣੇ ਆਪਣੇ ਕੰਮਾਂ ਵਿੱਚ ਲੱਗ ਗਏ। ਤਦ ਗੁਰੂ ਜੀ ਮੰਗਤਿਆਂ ਦੇ ਸਮੂਹ ਨੂੰ ਵੇਖ ਕੇ ਧਨ ਦੇਣ ਲੱਗੇ ਅਤੇ ਸਾਰੇ ਮੰਗਤੇ ਲੈ ਰਹੇ ਸਨ। ਗੁਰੂ ਜੀ ਦੇ ਦਰ ਤੋਂ ਕੋਈ ਵੀ ਖਾਲੀ ਨਾ ਗਿਆ। ਜਿਹੜੇ ਬਸਤਰ ਚਾਹੁੰਦੇ ਸਨ ਉਹਨਾਂ ਨੂੰ ਬਸਤਰ ਦੇ ਰਹੇ ਸਨ। ਬਹੁਤ ਲੋਕ ਜੋ ਵਾਜੇ ਵਜਾ ਰਹੇ ਹਨ, ਉਹ ਲੋਕ ਬਹੁਤ ਰਾਗਾਂ ਵਿੱਚ ਮੁਖ ਤੋਂ ਵੀ ਗਾ ਰਹੇ ਹਨ। ਗੁਰੂ ਜੀ ਸਾਰਿਆਂ ਨੂੰ ਧਨ ਦੇ ਕੇ ਪ੍ਰਸੰਨ ਕਰਦੇ ਹਨ ਅਤੇ ਉਹ ਅਸੀਸਾਂ ਦੇ ਰਹੇ ਹਨ, ਤੁਹਾਡਾ ਪੁੱਤਰ ਜੀਵੇ। ਇਸ ਤਰ੍ਹਾਂ ਗੁਰੂ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਾਪਤ ਕੀਤਾ ਅਤੇ ਬਹੁਤ ਪ੍ਰਕਾਰ ਉਸ ਦੇ ਮਹਾਤਮ ਬਾਰੇ ਦੱਸਿਆ। ਰਾਮਸਰ ਵਿੱਚ ਇਸ਼ਨਾਨ ਕਰਕੇ ਜਿਹੜੇ ਮਨੁੱਖ ਇਸ ਥਾਂ ਆ ਕੇ ਬੜਾ ਪ੍ਰੇਮ ਧਾਰਨ ਕਰਕੇ ਦਰਸ਼ਨ ਕਰਨਗੇ, ਉਹ ਲੋਕ ਖਿੰਨ ਵਿੱਚ ਸਮੂਹ ਪਾਪ ਨਾਸ਼ ਕਰਵਾ ਲੈਣਗੇ ਅਤੇ ਉਹਨਾਂ ਦੇ ਮਨ ਵਿੱਚ ਗੁਰੂ ਜੀ ਵਾਸਤੇ ਸ਼ਰਧਾ ਵਧੇਗੀ। ਗੁਰੂ ਜੀ ਉੱਠ ਕੇ ਨਗਰ ਵਿੱਚ ਆ ਗਏ। ਸ੍ਰੇਸ਼ਟ ਬੁੱਧੀ ਵਾਲੇ ਭਾਈ ਗੁਰਦਾਸ ਜੀ ਵੀ ਉਹਨਾਂ ਦੇ ਨਾਲ ਸਨ। ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਏ ਅਤੇ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਥਾਪਨ ਕੀਤਾ। ਇਸ ਥਾਂ ਵਿਖੇ ਇਸ ਦੀ ਸਦਾ ਹੀ ਪੂਜਾ ਹੋਵੇਗੀ। ਫਿਰ ਲੋਕ ਪੜ੍ਹਨ ਲਿਖਣਗੇ। ਇਸ ਤਰ੍ਹਾਂ ਕਰਨ ਤੋਂ ਬਾਅਦ ਫਿਰ ਘਰ ਗਏ। ਮਾਤਾ ਗੰਗਾ ਜੀ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਪ੍ਰਸੰਨ ਹੋ ਗਏ। ਫਿਰ ਸਦਾ ਘਰ ਵਿੱਚ ਰਹਿੰਦੇ ਸਨ। ਜਦ ਸਵੇਰ ਹੁੰਦੀ ਸੀ ਤਾਂ ਸ੍ਰੀ ਹਰਿਮੰਦਰ ਸਾਹਿਬ ਆ ਜਾਂਦੇ ਸਨ। ਉੱਥੇ ਬੈਠ ਕੇ ਦਿਨ ਬਤੀਤ ਕਰਦੇ ਸਨ ਅਤੇ ਭਾਈ ਗੁਰਦਾਸ ਜੀ ਪਾਸੋਂ ਪਾਠ ਕਰਵਾਉਂਦੇ ਸਨ। ਜਦ ਬਹੁਤ ਸਿੱਖ ਇਕੱਠੇ ਹੋ ਜਾਂਦੇ ਸਨ ਤਾਂ ਆਪ ਵੀ ਨਾਲ ਸੁਣਦੇ ਸਨ। ਪ੍ਰੇਮ ਧਾਰਨ ਕਰਕੇ ਮਹਾ ਸਤਨਾਮ ਕਹਿੰਦੇ ਸਨ। ਨਿਤ ਇਸੇ ਰੀਤੀ ਅਨੁਸਾਰ ਸਮਾਂ ਬਤੀਤ ਕਰਦੇ ਸਨ। ਸਮੂਹ ਸੰਗਤ ਦਰਸ਼ਨ ਕਰਕੇ ਪ੍ਰਸੰਨ ਹੁੰਦੀ ਸੀ। ਬਹੁਤ ਦੇਸ਼ ਵਿਦੇਸ਼ਾਂ ਤੋਂ ਸੰਗਤ ਚੱਲ ਕੇ ਆਉਂਦੀ ਸੀ ਅਤੇ ਗੁਰੂ ਜੀ ਨੂੰ ਮਿਲ ਕੇ ਧਨ ਅਰਪਣ ਕਰਦੀ ਸੀ। ਇਹ ਗੱਲ ਜਿੱਥੇ ਕਿੱਥੇ ਫੈਲ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ, ਜਿਸ ਦਾ ਮਹਾਨ ਫਲ ਹੈ। ਹਿਰਦੇ ਵਿੱਚ ਬੜਾ ਪ੍ਰੇਮ ਅਤੇ ਚਾਹ ਧਾਰਨ ਕਰਕੇ ਲੋਕ ਗੁਰੂ ਜੀ ਦੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ। ਬੜੀ ਪ੍ਰੀਤ ਕਰਕੇ ਸੱਚੇ ਨਾਮ ਨੂੰ ਸੁਣਦੇ ਅਤੇ ਜਪਦੇ ਸਨ ਤੇ ਉਹਨਾਂ ਦੇ ਸਮੂਹ ਪਾਪ ਅਤੇ ਤਾਪ ਨਾਸ਼ ਹੁੰਦੇ ਸਨ। ਆਪਣੇ ਘਰਾਂ ਵਿੱਚ ਜਾ ਕੇ ਫਿਰ ਉਹ ਸੁਣਾਉਂਦੇ ਸਨ, ਜਿਸ ਨੂੰ ਸੁਣ ਕੇ ਉਹਨਾਂ ਵਿੱਚ ਖੁਆਇਸ਼ ਪੈਦਾ ਹੁੰਦੀ ਸੀ ਕਿ ਅਸੀਂ ਵੀ ਜਾ ਕੇ ਦਰਸ਼ਨ ਕਰੀਏ। ਇੱਕ ਮਾਂਗਟ ਵਾਸੀ ਸਿੱਖ ਸੀ, ਜਿਸ ਦਾ ਨਾਂ ਬੰਨੋ ਸੀ। ਉਹ ਬਹੁਤ ਸੰਗਤ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਇਆ। ਭਾਈ ਬੰਨੋ ਨੇ ਗੁਰੂ ਜੀ ਦੀ ਸਾਰੀ ਕਥਾ ਸੁਣੀ। ਐਸਾ ਗ੍ਰੰਥ ਤਿਆਰ ਕੀਤਾ ਕਿ ਸਾਰੇ ਹੀ ਵੇਦਾਂ ਨੂੰ ਰਿੜਕ ਕੇ ਮੱਖਣ ਕੱਢਿਆ ਹੈ। ਬਹੁਤ ਸੰਗਤ ਲੈ ਕੇ ਫਿਰ ਆਇਆ। ਭੇਟਾ ਧਰ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਸਾਰੀ ਸੰਗਤ ਨੇ ਦਰਸ਼ਨ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਸੁਣਦੇ ਸਨ। ਕਈ ਦਿਨ ਗੁਰੂ ਜੀ ਦੇ ਪਾਸ ਰਹੇ। ਉਹਨਾਂ ਦੇ ਨਾਲ ਕਾਫੀ ਗਿਣਤੀ ਵਿੱਚ ਸੰਗਤ ਵੀ ਸੀ। ਤਿਆਰ ਹੋ ਕੇ ਗਲ ਕੱਪੜੇ ਪਾ ਲਏ ਤੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ, ਤੁਹਾਡਾ ਨਾਮ ਗਰੀਬ ਨਿਵਾਜ ਹੈ। ਦਿਨ ਰਾਤ ਉਪਕਾਰ ਕਰਦੇ ਹੋ। ਕਲਯੁਗ ਦੇ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਜਹਾਜ਼ ਸਮਾਨ ਗ੍ਰੰਥ ਤਿਆਰ ਕੀਤਾ ਹੈ। ਸਭ ਦਾਸਾਂ ਦਾ ਤੁਸੀਂ ਮਾਣ ਰੱਖਦੇ ਹੋ। ਹੇ ਕਿਰਪਾ ਨਿਧਾਨ, ਮੂੰਹ ਮੰਗੀਆਂ ਮੁਰਾਦਾਂ ਦਿੰਦੇ ਹੋ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁਝ ਦਿਨ ਲਈ ਮੰਗਵਾ ਦੇ ਦਿਓ। ਸਾਰੇ ਸਿੱਖਾਂ ਦੇ ਇਹ ਮਨ ਨੂੰ ਪਿਆਰਾ ਲੱਗਦਾ ਹੈ। ਦੇਸ਼ ਵਿੱਚ ਸਾਰੀ ਸਿੱਖ ਸੰਗਤ ਪ੍ਰੇਮ ਨਾਲ ਦਰਸ਼ਨ ਕਰਨਾ ਚਾਹੁੰਦੀ ਹੈ।
ਹੁਣ ਤੱਕ ਦੂਸਰਾ ਕੋਈ ਲਿਖਿਆ ਨਹੀਂ ਗਿਆ ਹੈ ਜਿਸ ਨੂੰ ਲੈ ਕੇ ਚਲੇ ਜਾਈਏ ਤੇ ਹਿੱਤ ਲਾ ਕੇ ਪੂਜਾ ਕਰੀਏ। ਸਭ ਸੰਗਤ ਦੀ ਇਹ ਬੇਨਤੀ ਹੈ। ਘਰ ਤੋਂ ਚੱਲਣ ਲੱਗਿਆਂ ਹੀ ਇਹ ਸੋਚਿਆ ਸੀ। ਇਹ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ, ਇਹਨਾਂ ਨੇ ਬਹੁਤ ਵੱਡੀ ਮੰਗ ਮੰਗੀ ਹੈ, ਕਿਵੇਂ ਅਸੀਂ ਦੇ ਸਕਦੇ ਹਾਂ ਜਦ ਸਾਡੇ ਪਾਸ ਹੀ ਇੱਕ ਹੈ। ਜੇ ਸਿੱਖਾਂ ਨੂੰ ਨਹੀਂ ਦਿੰਦੇ ਤਾਂ ਉਹਨਾਂ ਦਾ ਮਾਣ ਖੋਇਆ ਜਾਂਦਾ ਹੈ। ਜੇ ਇਸ ਤਰ੍ਹਾਂ ਦਾ ਦੂਜਾ ਲਿਖਿਆ ਜਾਵੇ ਤਾਂ ਦੇਣਾ ਤੇ ਇਹਨਾਂ ਦਾ ਲੈਣਾ ਸੌਖਾ ਹੋ ਜਾਂਦਾ ਹੈ। ਹੁਣ ਤਾਂ ਸਾਡੇ ਪਾਸ ਇੱਕ ਹੀ ਤਿਆਰ ਹੈ, ਕਿਸ ਪ੍ਰਕਾਰ ਇਸ ਸਿੱਖ ਨੂੰ ਕਹੀਏ। ਇੱਕ ਤਾਂ ਇਹ ਸੰਗਤ ਦਾ ਆਗੂ ਹੈ, ਬਹੁਤ ਸੰਗਤ ਇਕੱਠੀ ਹੋ ਕੇ ਇਸ ਦੇ ਨਾਲ ਆਈ ਹੈ। ਦੂਜਾ ਇਹ ਮਹਾਨ ਪ੍ਰੇਮ ਕਰਦਾ ਹੈ, ਜੇ ਨਹੀਂ ਦਿੰਦੇ ਤਾਂ ਇਸ ਦਾ ਮਾਣ ਟੁੱਟਦਾ ਹੈ। ਕਾਫੀ ਸਮੇਂ ਤੱਕ ਗੁਰੂ ਜੀ ਚੁੱਪ ਬੈਠੇ ਰਹੇ, ਦਈਏ ਕਿ ਨਾ ਦਈਏ ਮਨ ਵਿੱਚ ਸੋਚਦੇ ਰਹੇ। ਫਿਰ ਮਾਲਕ ਗੁਰੂ ਜੀ ਬੋਲੇ, ਹੇ ਭਾਈ ਬੰਨੋ, ਇਹ ਗੱਲ ਬਹੁਤ ਔਖੀ ਹੈ। ਖੜੇ ਹੋ ਕੇ ਬੇਨਤੀ ਕਰਦੇ ਰਹੇ ਹੋ। ਗ੍ਰੰਥ ਲੈ ਜਾਣ ਦਾ ਪ੍ਰੇਮ ਤੁਹਾਡੇ ਮਨ ਵਿੱਚ ਬਹੁਤ ਵਧਿਆ ਹੈ। ਇਹ ਇੱਕ ਹੈ, ਕਿਵੇਂ ਦਿੱਤਾ ਜਾ ਸਕਦਾ ਹੈ? ਤਦ ਵੀ ਤੇਰਾ ਮਾਣ ਨਾ ਘਟ ਜਾਵੇ। ਬਣਦਾ ਨਹੀਂ ਹੈ, ਪਰ ਤੈਨੂੰ ਕੀ ਕਹੀਏ। ਹੁਣ ਸੁਣ ਲਓ ਜਿਵੇਂ ਉਚਿਤ ਹੈ। ਆਪਣੀ ਨਗਰ ਵਿੱਚ ਇੱਕ ਰਾਤ ਰੱਖੋ ਤੇ ਜਦ ਸਵੇਰ ਹੋ ਜਾਵੇ ਲੈ ਕੇ ਵਾਪਸ ਆ ਜਾਓ। ਕਿਸੇ ਤਰ੍ਹਾਂ ਵੀ ਦੂਸਰੀ ਰਾਤ ਨਾ ਰੱਖੋ। ਹੁਣ ਲੈ ਜਾਓ ਤੇ ਉਸ ਤਰ੍ਹਾਂ ਲਿਆਓ ਜਿਵੇਂ ਕਿਹਾ ਗਿਆ ਹੈ। ਬੜੇ ਆਦਰ ਅਤੇ ਚੌਕਸੀ ਨਾਲ ਰੱਖੋ। ਸਾਰੀ ਸੰਗਤ ਚਾਰੇ ਪਾਸੇ ਰਹੇ। ਇਹ ਕਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਬੰਨੋ ਨੂੰ ਦੇ ਦਿੱਤਾ ਤੇ ਉਹ ਲੈ ਕੇ ਚੱਲ ਪਿਆ। ਅੰਮ੍ਰਿਤਸਰ ਦੀ ਨਗਰੀ ਤੋਂ ਨਿਕਲਣ ਤੋਂ ਬਾਅਦ ਭਾਈ ਬੰਨੋ ਨੇ ਵਿਚਾਰ ਕੀਤੀ ਕਿ ਕਿਵੇਂ ਇਹ ਸਾਰਾ ਲਿਖਿਆ ਜਾਏ। ਗੁਰੂ ਜੀ ਨੇ ਇੱਕ ਰਾਤ ਰੱਖਣ ਦੀ ਆਗਿਆ ਦਿੱਤੀ ਹੈ, ਕਿਵੇਂ ਇਸ ਦਾ ਉਤਾਰਾ ਲਿਖਿਆ ਜਾਵੇ ਇਹ ਸੰਭਵ ਨਹੀਂ ਲੱਗਦਾ। ਤਦ ਹਿਰਦੇ ਵਿੱਚ ਵਿਚਾਰ ਆਈ, ਇੱਕ ਕੋਹ ਤੇ ਜਾ ਕੇ ਡੇਰਾ ਕਰਦੇ ਹਾਂ। ਤਦ ਲਿਖਾਰੀ ਲਾ ਦਿਆਂਗੇ ਤੇ ਸਾਰੇ ਇਕੱਠੇ ਹੋ ਕੇ ਛੇਤੀ ਹੀ ਲਿਖ ਲਵਾਂਗੇ। ਆਪਣੀ ਨਗਰੀ ਤੱਕ ਜਾਂਦਿਆਂ ਇੱਕ ਇੱਕ ਕੋਹ ਤੇ ਰੱਖ ਕੇ ਅੱਧਾ ਲਿਖ ਲਿਆ। ਇੱਕ ਰਾਤ ਆਪਣੇ ਘਰ ਵਸ ਕੇ ਵਾਪਸ ਮੁੜ ਕੇ ਰਾਹ ਵਿੱਚ ਇੱਕ ਕੋਹ ਤੇ ਡੇਰਾ ਕੀਤਾ। ਉਸੇ ਪ੍ਰਕਾਰ ਫਿਰ ਅੰਮ੍ਰਿਤਸਰ ਆ ਗਏ। ਆਉਂਦਿਆਂ ਜਾਂਦਿਆਂ ਸਾਰਾ ਉਤਾਰਾ ਕਰ ਲਿਆ। ਉਸ ਵਿੱਚ ਕਈ ਸ਼ਬਦ ਵਾਧੂ ਵੀ ਲਿਖ ਦਿੱਤੇ। ਫਿਰ ਗੁਰੂ ਜੀ ਦੇ ਪਾਸ ਆ ਗਏ। ਦੋਵੇਂ ਗ੍ਰੰਥ ਸਾਹਿਬ ਗੁਰੂ ਜੀ ਦੇ ਅੱਗੇ ਧਰ ਦਿੱਤੇ। ਜੋ ਸ਼ਬਦ ਵਾਧੂ ਲਿਖੇ ਸਨ ਉਹ ਵੀ ਸੁਣਾ ਦਿੱਤੇ। ਵੇਖ ਕੇ ਸੁਣ ਕੇ ਗੁਰੂ ਜੀ ਨੇ ਫਰਮਾਇਆ, ਜਿੰਨੇ ਵੀ ਵਾਧੂ ਸ਼ਬਦ ਲਿਖ ਕੇ ਤੂੰ ਪਾਏ ਹਨ ਉਹ ਉਸੇ ਬੀੜ ਵਿੱਚ ਲਿਖੇ ਰਹਿਣ ਦਿਓ, ਉਹਨਾਂ ਨੂੰ ਇਸ ਬੀੜ ਵਿੱਚ ਨਾ ਪਾਓ। ਇਸ ਤਰ੍ਹਾਂ ਬੀੜ ਦੇ 2 ਗ੍ਰੰਥ ਹੋ ਗਏ। ਜਿਸ ਨੂੰ ਸਤਿਗੁਰੂ ਦਾ ਪੰਥ ਲਿਖਦਾ ਪੜ੍ਹਦਾ ਹੈ, ਜਿਹੜੇ ਇਸ ਗ੍ਰੰਥ ਸਾਹਿਬ ਨੂੰ ਸੁਣ ਕੇ ਅਤੇ ਪੜ੍ਹ ਕੇ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ। ਕਵੀ ਭਾਈ ਸੰਤੋਖ ਸਿੰਘ ਜੀ ਉਹਨਾਂ ਤੋਂ ਬਾਰ-ਬਾਰ ਬਲਿਹਾਰ ਜਾਂਦੇ ਹਨ। ਸੰਮਤ 1661 ਅਤੇ ਭਾਦੋ ਸੁਦੀ ਏਕਮ ਜਾਣੋ, ਜਦ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ ਗੁਰੂ ਘਰ ਵਿੱਚ ਮਹਾਨ ਖੁਸ਼ੀਆਂ ਮਨਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਹਾਜ਼ ਦੇ ਸਮਾਨ ਹਨ। ਜਿਹੜੇ ਮਨੁੱਖ ਇਸ ਵਿੱਚ ਚਿੱਤ ਲਾਉਣਗੇ ਉਹ ਸਹਿਜੇ ਹੀ ਭਵਜਲ ਨੂੰ ਪਾਰ ਕਰ ਜਾਣਗੇ। ਸ੍ਰੀ ਗੁਰੂ ਜੀ ਦਾ ਜੋ ਸਰੀਰ ਹੈ ਉਸ ਦੇ ਸਭ ਥਾਂ ਅਤੇ ਸਭ ਸਮੇਂ ਦਰਸ਼ਨ ਨਹੀਂ ਹੋ ਸਕਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਗੁਰੂ ਜੀ ਦਾ ਹਿਰਦਾ ਜਾਣੋ। ਇਹ ਸਭ ਥਾਂ ਅਤੇ ਸਭ ਸਮੇਂ ਉੱਤਮ ਰਹਿਣਗੇ। ਇਸ ਕਰਕੇ ਮੇਰੇ ਸਰੀਰ ਨਾਲੋਂ ਇਹਨਾਂ ਨੂੰ ਵੱਡਾ ਸਾਹਿਬ ਜਾਣ ਕੇ ਇਹਨਾਂ ਦਾ ਅਦਬ ਕਰੋ। ਚੰਦਨ ਕੇਸਰ ਘਸਾ ਕੇ, ਧੂਪ ਧੁਖਾ ਕੇ ਅਤੇ ਫੁੱਲ ਚੜਾ ਕੇ ਇਹਨਾਂ ਦੀ ਪੂਜਾ ਕਰੋ। ਜਿਹੜਾ ਲਿਖ ਲਵੇ ਚੰਗਾ ਹੈ, ਫਿਰ ਉਸ ਦੀ ਸੁਧਾਈ ਕਰੇ ਅਤੇ ਅੱਖਰ ਲਗ ਮਾਤਰ ਤੱਕ ਚੌਕਸੀ ਰੱਖੇ। ਫਿਰ ਸਾਰੇ ਦਾ ਸਾਰਾ ਪਾਠ ਕਰੇ ਅਤੇ ਵੇਖ ਕੇ ਪਹਿਲੇ ਵਰਗਾ ਬਣਾ ਲਵੇ। ਆਪਣੇ ਆਪ ਇਸ ਵਿੱਚ ਕੋਈ ਘਾਟਾ ਵਾਧਾ ਨਾ ਕਰੇ। ਜਿਹੜਾ ਕਰੇਗਾ ਉਹ ਮੂਰਖ ਹੋਵੇਗਾ ਤੇ ਬਾਅਦ ਵਿੱਚ ਪਛਤਾਵੇਗਾ। ਹੋਰ ਨਵੀਂ ਕਵਿਤਾ ਬਣਾ ਕੇ ਵਿੱਚ ਨਾ ਲਿਖੇ। ਜੇ ਕੋਈ ਕੁਝ ਲਿਖੇ ਤਾਂ ਵੱਖਰਾ ਰੱਖੇ, ਬੀੜ ਵਿੱਚ ਨਾ ਚਾੜੇ। ਜਿਹੜਾ ਵੀ ਇਸ ਨੂੰ ਇੱਛਾ ਧਾਰ ਕੇ ਪੂਜੇਗਾ ਉਹ ਮੁਕਤੀ ਪ੍ਰਾਪਤ ਕਰੇਗਾ ਤੇ ਜਮਾਂ ਦੀ ਪੀੜ ਉਸ ਦੇ ਨੇੜੇ ਨਹੀਂ ਆਵੇਗੀ। ਜਿੰਨਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਕਰਨਗੇ ਓਨਾ ਹੀ ਫਲ ਪਾਉਣਗੇ। ਜੇ ਧੂਪ ਧੁਖਾ ਕੇ, ਚੰਦਨ ਕੇਸਰ ਘਸਾ ਕੇ ਪੂਜਾ ਕਰਨਗੇ, ਭਾਵਨਾ ਧਾਰ ਕੇ
ਖੁਸ਼ੀ ਨਾਲ ਚਾਹ ਕੇ ਰੋਜ਼ ਦਰਸ਼ਨ ਕਰਨਗੇ, ਪਾਠ ਕਰਨਗੇ ਜਾਂ ਇੱਕ ਮਨ ਹੋ ਕੇ ਸੁਣਨਗੇ ਅਤੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਗੇ। ਵੇਖਦਿਆਂ ਹੀ ਦੋਵੇਂ ਹੱਥ ਜੋੜ ਕੇ ਸਨਿਮਰ ਹੋ ਕੇ ਸਿਰ ਨਿਵਾਉਣਗੇ, ਹੋਰਨਾਂ ਨੂੰ ਉਪਦੇਸ਼ ਕਰਨਗੇ, ਆਪ ਲਿਖਣਗੇ ਤੇ ਹੋਰਨਾਂ ਨੂੰ ਲਿਖਵਾਉਣਗੇ। ਪ੍ਰੇਮ ਕਰਕੇ ਘਰ ਵਿੱਚ ਸਥਾਪਿਤ ਕਰਨਗੇ ਅਤੇ ਪਾਠ ਸੁਣ ਕੇ ਪ੍ਰਸੰਨ ਹੋਣਗੇ। ਉਹਨਾਂ ਦੇ ਜਗਤ ਦੇ ਬੰਧਨਾਂ ਦਾ ਨਾਸ਼ ਹੋਵੇਗਾ ਅਤੇ ਉਹ ਮਨੁੱਖ ਅੰਤ ਸਮੇਂ ਸ਼ੁਭ ਗਤੀ ਪਾਉਣਗੇ। ਉਸ ਦੇ ਮਨ ਇੱਛਤ ਕਾਰਜ ਪੂਰੇ ਹੋਣਗੇ। ਜਿਹੜਾ ਇਸ ਦਾ ਪਾਠ ਕਰੇਗਾ ਜਾਂ ਕਰਵਾਵੇਗਾ, ਭੋਗ ਪੈਣ ਤੇ ਕੜਾਹ ਪ੍ਰਸ਼ਾਦ ਤਿਆਰ ਕਰਨਗੇ ਅਤੇ ਆਪ ਖੜੇ ਹੋ ਜਾਣਗੇ, ਹੱਥ ਜੋੜ ਕੇ ਅਰਦਾਸ ਕਰਨਗੇ। ਫਿਰ ਜਿਹੜਾ ਵੀ ਮਨੋਰਥ ਮਨ ਵਿੱਚ ਲਿਆਉਣਗੇ ਉਹ ਕਿਉਂ ਨਾ ਪੂਰਾ ਹੋਵੇਗਾ। ਮਨੁੱਖ ਜੋ ਵੀ ਚਿੱਤ ਵਿੱਚ ਚਾਹੁਣਗੇ ਉਹ ਕੁਝ ਪਾਉਣਗੇ। ਜਦ ਸਿੱਖ ਸਰੀਰ ਛੱਡ ਕੇ ਜਾਵੇਗਾ ਤਾਂ ਉਸ ਦੇ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਗੇ, ਪੋਸ਼ਾਕਾਂ ਭੇਟ ਕਰਨਗੇ ਅਤੇ ਪਾਠੀਆਂ ਨੂੰ ਸੁੰਦਰ ਭੋਜਨ ਛਕਾਉਣਗੇ। ਹੋਰ ਆਪਣੀ ਸਮਰੱਥਾ ਅਨੁਸਾਰ ਸੇਵਾ ਕਰਨਗੇ ਅਤੇ ਕੜਾਹ ਪ੍ਰਸ਼ਾਦ ਵਰਤਾਉਣਗੇ। ਪਰਲੋਕ ਜਾਣ ਵਾਲਾ ਸਿੱਖ ਸੁਰਖੂਰ ਹੋ ਜਾਵੇਗਾ ਅਤੇ ਪਰਲੋਕ ਵਿੱਚ ਬਹੁਤ ਪ੍ਰਸੰਨ ਹੋਵੇਗਾ। ਹੋਰ ਕਿੱਥੋਂ ਤੱਕ ਕਹੀਏ ਕਿ ਪਾਠ ਕਰਨ ਨਾਲ ਜਗ ਦੇ ਸਾਰੇ ਕਾਰਜ ਸਿੱਧ ਹੋਣਗੇ। ਸੰਤ ਤੇ ਮਹਾਨ ਪੁਰਖ ਜੇ ਇਸ ਤਰ੍ਹਾਂ ਨਹੀਂ ਚਾਹੁੰਦੇ ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਉਹ ਪ੍ਰੇਮ ਨਾਲ ਪਾਠ ਕਰਕੇ ਨਿਸ਼ਕਾਮ ਹੋ ਕੇ ਪ੍ਰਭੂ ਜੀ ਨੂੰ ਵੇਖਣਗੇ, ਦਿਨ ਰਾਤ ਸਤਨਾਮ ਦਾ ਸਿਮਰਨ ਕਰਨਗੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਕੇ ਪਾਪਾਂ ਦਾ ਨਾਸ਼ ਕਰਨਗੇ। ਅੰਤ ਸਮੇਂ ਯਮ ਨੂੰ ਨਹੀਂ ਵੇਖਣਗੇ, ਸਾਨੂੰ ਆ ਕੇ ਮਿਲਣਗੇ ਤੇ ਉਹ ਮੁਕਤ ਹੋ ਜਾਣਗੇ। ਜਦ ਗੁਰੂ ਜੀ ਰਾਮਸਰ ਬੈਠੇ ਸਨ ਤਾਂ ਭਾਈ ਬੰਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਇਆ ਤਾਂ ਗੁਰੂ ਜੀ ਨੇ ਉਸ ਸਮੇਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਤਮ ਬਾਰੇ ਇਹ ਸਿੱਖਿਆ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।